ਦੁਨੀਆ ਦੀ ਸਭ ਤੋਂ ਵੱਡੀ ਕਹਾਣੀਆਂ ਦੀ ਕਿਤਾਬ ਵੰਡ ਦਾ ਵੇਰਵਾ। ਵੰਡ ਵੇਰਵਾ ਵੱਡੇ ਵਜੂਦ ਵਾਲੀ ਇਸ ਕਿਤਾਬ ਵਿੱਚ ਨਿਰਾ ਉਹਨਾਂ ਪੰਜਾਬੀ ਕਹਾਣੀਆਂ ਨੂੰ ਰਲਾਇਆ ਗਿਆ ਹੈ ਜਿਨ੍ਹਾਂ ਅੰਦਰ 1947 ਦੀ ਵੰਡ ਦਾ ਕਿਸੇ ਵੀ ਰੰਗ ਰੂਪ ਵਿੱਚ ਕੋਈ ਵੇਰਵਾ ਜਾਂ ਉਹਦੇ ਸਿੱਟੇ ਵਿੱਚ ਵੰਡੇ ਗਏ ਪੰਜਾਬੀਆਂ ਦੀ ਹਯਾਤੀ ਉੱਤੇ ਹੋਏ ਡੂੰਘੇ ਅਸਰ ਨੂੰ ਬਿਆਨਿਆ ਗਿਆ ਹੈ। ਕਿਸੇ ਇੱਕ ਵਿਸ਼ੇ ਤੇ ਲਿਖੀਆਂ ਗਈਆਂ ਕਹਾਣੀਆਂ ਮੂਲ ਪੰਜਾਬੀ ਕਹਾਣੀਆਂ ਦਾ ਤੇ ਉਂਝ ਵੀ ਪੰਜਾਬੀ ਕਹਾਣੀਆਂ ਦਾ ਕਈ ਬੀੜਾਂ ਵਿੱਚ ਪਸਰੀ ਇੱਕ ਕਿਤਾਬ ਦੇ ਰੂਪ ਵਿੱਚ ਹੁਣ ਤੱਕ ਜੋੜੀਆਂ ਗਈਆਂ ਇਹ ਸਭ ਤੋਂ ਵੱਡਾ ਭੰਡਾਰ ਹੈ। ਲੰਘੇ 25 ਵਰਿਆਂ ਵਿੱਚ ਇਹਨਾਂ ਕਹਾਣੀਆਂ ਨੂੰ ਕਿਵੇਂ ਭਾਲਿਆ ਟੋਲਿਆ ਤੇ ਜੋੜਿਆ ਗਿਆ ਉਹਦੀ ਬਾਬਤ ਵੀ ਪੜ੍ਹਨਹਾਰਾਂ ਨੂੰ ਦੱਸਣਾ ਜ਼ਰੂਰੀ ਹੈ। ਕਿਤਾਬ ਦਾ ਮੁੱਢ ਕਿਵੇਂ ਬੱਝਾ। ਸਾਲ 1997 ਪੰਜਾਬ ਵੰਡਿਆਂ ਅੱਧੀ ਸਦੀ ਹੋ ਗਈ ਸੀ। ਪੂਰੀ ਦੁਨੀਆ ਵਿੱਚ ਰਚੇ ਜਾਂਦੇ ਪੰਜਾਬੀ ਅਦਬ ਦੀ ਚੋਣ ਛਾਪਣ ਵਾਲੇ ਵੱਡ ਆਕਾਰੀ ਰਿਸਾਲੇ ਵਰੇਵਾਰ ਸਾਹਿਤ ਦੇ 1997 ਦੇ ਅੰਕ ਦੀ ਤਿਆਰੀ ਜ਼ੋਰਾਂ ਨਾਲ ਅੱਗੇ ਵਧ ਰਹੀ ਸੀ। ਐਡੀਟਰ ਹੋਣ ਪਾਰੋਂ ਮੇਰੇ ਮਨ ਵਿੱਚ ਸੀ ਕਿ 50ਵੇਂ ਸਾਲ ਸੰਗੇ ਇਸ ਵਾਰ ਸਾਹਿਤ ਵਿੱਚ ਵੰਡ ਬਾਰੇ ਲਿਖੇ ਗਏ ਗਲਪ ਤੇ ਸ਼ਾਇਰੀ ਦੀ ਚੰਗੀ ਢੇਰੀ ਸ਼ਾਮਲ ਕਰਨੀ ਹੈ। 722 ਸੁਫੀਆਂ ਤੇ ਖਿਲਰੇ ਵਰੇਵਾਰ ਸਾਹਿਤ 1997 ਵਿੱਚ ਵੰਡ ਸੰਬੰਧੀ ਲਿਖੀਆਂ 24 ਕਹਾਣੀਆਂ ਇੱਕ ਜੀਵਨੀ ਤੇ ਸ਼ਾਇਰੀ ਵੀ ਛਪੀ। ਵੰਡ ਬਾਰੇ ਰਚਿਆ ਪੰਜਾਬੀ ਸਾਹਿਤ ਇਕੱਠਾ ਕਰਨ ਤੇ ਉਹਨੂੰ ਵੰਡ ਨਾਂ ਦੇ ਕਿਤਾਬੀ ਸਰੂਪ ਵਿੱਚ ਛਾਪੇ ਚਾੜਨ ਦੀ ਉਲੀਲ ਵੀ ਉਸ ਸਾਲ ਹੀ ਮੈਨੂੰ ਆਈ। 3 ਮਈ ਤੋਂ ਲੈ ਕੇ 16 ਮਈ 1997 ਤੱਕ ਮੈਂ ਚੜ੍ਹਦੇ ਪੰਜਾਬ ਤੇ ਦਿੱਲੀ ਵਿੱਚ ਰਿਹਾ। ਇਹਨਾਂ 14 ਦਿਨਾਂ ਵਿੱਚ ਹਰ ਰੋਜ਼ ਕਈ ਇਕੱਠ ਤੇ ਲਿਖਿਆਰਾਂ ਨਾਲ ਮਿਲਣੀਆਂ ਹੋਈਆਂ। ਹਰ ਮੇਲ ਵਿੱਚ ਇੱਕ ਗੱਲ ਖੁੱਲ੍ਹ ਕੇ ਹੋਈ ਕਿ ਸਾਨੂੰ ਪੰਜਾਬੀ ਅਦਬ ਦਾ ਆਪਸ ਵਿੱਚ ਵਟਾਂਦਰਾ ਕਰਨਾ ਚਾਹੀਦਾ ਹੈ। ਵੰਡ ਬਾਰੇ ਵੀ ਚੋਖੀਆਂ ਗੱਲਾਂ ਹੁੰਦੀਆਂ ਰਹੀਆਂ। ਅਜੀਤ ਪ੍ਰਕਾਸ਼ ਸਮੂਹ ਜਿਨ੍ਹਾਂ ਦੇ ਸੱਦੇ ਤੇ ਪ੍ਰਬੰਧ ਨਾਲ ਮੈਂ ਹਿੰਦੁਸਤਾਨ ਗਿਆ ਸਾਂ, ਉਹਨਾਂ ਆਪਣੇ ਵੱਲੋਂ ਵੀ ਵੱਡੇ ਤੇ ਉੱਚੇ ਪੱਧਰ ਦੇ ਕਈ ਅਦਬੀ ਇਕੱਠ ਕਰਵਾਏ ਤੇ ਜਗਬਾਣੀ, ਚੜ੍ਹਦੀ ਕਲਾ, ਪੰਜਾਬੀ ਟ੍ਰਿਬਿਊਨ, ਨਵਾਂ ਜ਼ਮਾਨਾ ਜਿਹੇ ਦੂਜੇ ਵੱਡੇ ਅਖਬਾਰਾਂ, ਰਿਸਾਲਿਆਂ ਤੇ ਅਦਬੀ ਸੱਥਾਂ ਵੱਲੋਂ ਕਰਵਾਏ ਗਏ ਲਿਖਾਰੀਆਂ ਤੇ ਸ਼ਾਇਰਾਂ ਦੇ ਮੇਲਾਂ ਵਿੱਚ ਜਾਣ ਦਾ ਭਾਗ ਹਾਸਲ ਹੋਇਆ। ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਭਾਸ਼ਾ ਵਿਭਾਗ ਪਟਿਆਲਾ ਤੇ ਹੋਰ ਕਈ ਉੱਘੇ ਇਲਮੀ ਇਦਾਰਿਆਂ ਤੇ ਪ੍ਰੈਸ ਕਲੱਬਾਂ ਵਿੱਚ ਜਾਣ ਦਾ ਮੌਕਾ ਮਿਲਿਆ। ਜਲੰਧਰ, ਅੰਮ੍ਰਿਤਸਰ, ਲੁਧਿਆਣਾ, ਪਟਿਆਲਾ, ਚੰਡੀਗੜ੍ਹ, ਅੰਮ੍ਰਿਤਸਰ, ਫਰੀਦਕੋਟ, ਬਿਆਸ ਜਿਹੇ ਚੜ੍ਹਦੇ ਪੰਜਾਬ ਦੇ ਜਿਨ੍ਹਾਂ ਸ਼ਹਿਰਾਂ ਤੇ ਕਸਬਿਆਂ ਵਿੱਚ ਗਿਆ, ਉੱਥੇ ਲਿਖਾਰੀਆਂ ਦੇ ਨਾਲ ਆਮ ਲੋਕਾਂ ਦੇ ਵੀ ਵੱਡੀ ਗਿਣਤੀ ਦੇ ਰਲਣ ਕਾਰਨ ਉਹ ਅਦਬੀ ਇਕੱਠ ਵੱਡੇ ਮੇਲਿਆਂ ਤੇ ਜਲਸਿਆਂ ਦਾ ਰੂਪ ਧਾਰਨ ਕਰ ਗਏ। ਇਹਨਾਂ ਸਾਰੀਆਂ ਮਿਲਣੀਆਂ ਦਾ ਸਿੱਟਾ ਨਿਕਲਿਆ ਕਿ ਇੰਨੀਆਂ ਪੰਜਾਬੀ ਕਿਤਾਬਾਂ ਦੇ ਤੋਹਫੇ ਮਿਲੇ ਕਿ ਬਾਅਦ ਵਿੱਚ ਅਜੀਤ ਪ੍ਰਕਾਸ਼ ਸਮੂਹ ਤੇ ਖਾਸ ਕਰਕੇ ਸਰਦਾਰ ਹਰਜਿੰਦਰ ਸਿੰਘ ਹਮਦਰਦ ਜੀ ਨੇ ਉਹਨਾਂ ਕਿਤਾਬਾਂ ਦਾ ਬੋਲ ਸਮਝੌਤਾ ਰੇਲ ਗੱਡੀ ਰਾਹੀਂ ਮੈਨੂੰ ਭੇਜਿਆ, ਜਿਹਦੇ ਲਈ ਮੈਂ ਉਹਨਾਂ ਦਾ ਬੇਬਹਾ ਸ਼ੁਕਰੀਆ ਅਦਾ ਕਰਦਾ ਹਾਂ। ਜਿਨ੍ਹਾਂ ਲਿਖਾਰੀਆਂ ਸ਼ਾਇਰਾਂ ਦੂਰ ਦੇ ਸ਼ਹਿਰਾਂ ਤੇ ਪਿੰਡਾਂ ਤੋਂ ਆ ਕੇ ਮੈਨੂੰ ਆਪਣੀਆਂ ਪੁਸਤਕਾਂ ਦਿੱਤੀਆਂ, ਉਹਨਾਂ ਦਾ ਹੱਥ ਭਲਾ ਹੋਵੇ। ਡਾਕਟਰ ਨਿਰਮਲ ਸਿੰਘ, ਸਤਨਾਮ ਸਿੰਘ ਮਾਣਕ, ਗੁਰਭਜਨ ਸਿੰਘ ਗਿੱਲ, ਜਿੰਦਰ, ਅਮਰਜੀਤ ਚੰਦਨ, ਡਾਕਟਰ ਹਰਬੰਸ ਕੌਰ ਗਿੱਲ ਤੇ ਉਹ ਸਾਰੇ ਲੇਖਕ ਮਿੱਤਰ ਜਿਨ੍ਹਾਂ ਵੰਡ ਬਾਰੇ ਕਹਾਣੀਆਂ ਤੇ ਕਵਿਤਾਵਾਂ ਇਕੱਠੀਆਂ ਕਰਨ ਵਿੱਚ ਸਹਾਇਤਾ ਕੀਤੀ, ਉਹਨਾਂ ਦਾ ਸ਼ੁਕਰਾਨਾ ਵੀ ਕਰਨਾ ਬਣਦਾ ਹੈ। ਲਹਿੰਦੇ ਪੰਜਾਬ ਦੇ ਪੰਜਾਬੀ ਰਚਨਾਵਾਂ ਛਾਪਣ ਵਾਲੇ ਸਾਰੇ ਅਖਬਾਰ ਰਸਾਲਿਆਂ ਤੋਂ ਵੀ ਵੰਡ ਬਾਰੇ ਲਿਖੀਆਂ ਕਹਾਣੀਆਂ ਤੇ ਸ਼ਾਇਰੀ ਨੂੰ ਇਕੱਠਾ ਕੀਤਾ ਗਿਆ। ਇਹਨਾਂ ਸਾਰੇ ਪਰਚਿਆਂ ਨੂੰ ਕੱਢਣ ਤੇ ਘੱਲਣ ਵਾਲਿਆਂ ਦੀ ਵੀ ਢੇਰ ਮਿਹਰਬਾਨੀ। ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਕਈ ਪੰਜਾਬੀ ਲਿਖਾਰੀਆਂ ਤੇ ਸ਼ਾਇਰਾਂ ਨੇ ਆਪਣੇ ਵੱਲੋਂ ਵੀ ਤੇ ਹੋਰਨਾਂ ਲਿਖਣ ਵਾਲਿਆਂ ਵੱਲੋਂ ਵੀ ਲਿਖੀਆਂ ਰਚਨਾਵਾਂ ਘੱਲ ਕੇ
मेरा हाथ वंडाया। शुक्रिया सज्जनों। इस दौरान पाकिस्तान, हिंदुस्तान, अमरीका, कैनेडा, बरतानिया ते होर कई देशों विच होईयां पंजाबी कॉन्फ्रेंसां विच रले पंजाबी लिखारियां तो भी चाही दीयां कहानियां मिलदियां रहियां। इस तरह शायरी भी कई कहानीकारां वंड दा सुन के भी इस किताब लई वंड बारे नवीं कहानियां लिख के भेजियां। अगला पड़ाव किताबां दे इस पहाड़ नूं पढ़ना ते उन्हां विचों वंड बारे कहानियां ते कवितावां लैण दा पंध शुरू हो गया। इहदे नाल ही डाक राहीं उधरों इधरों आ रहे अखबारां रसालियां ते किताबां नूं भी नीज नाल पढ़िया ते उन्हां तो भी इस विषय ते लिखे साहत नूं एक थां जोड़न दा काम छो दिता। लखां पन्ने पढ़ो फरोलो ते उन्हां विचों हजारां पन्नियां दा मर्जी दा माल मिल जावे तां उन्हों भी वड्डी कामयाबी ही समझना चाहिए। कंप्यूटर कंपोजर नवंबर 1991 विच सुलेख कंपोजर दी लाहौर विच नींह रखी गई। पाकिस्तान विच किसी भी पंजाबी जुबान ते अदब लई काम करन वाले निजी इदारे वालों खरीदे गए इस पहले कंप्यूटर का नाम पोरस रखा गया। थोड़े महीनों बाद पहला लेजर प्रिंट खरल भी पंजाबी जुबान दे बचाव लई पेड़ विच नितर पिया। जमील अहमद पाल होरां करड़ी किरत करके कंप्यूटर दे हिमाला नां दे लफ्ज चुनाई निजाम नूं पंजाबी बोली मुजब सोधिया सी। इस किताब दे शाहमुखी लफ्जां विच ओही सुहपण पढ़नहारां नूं दिसेगा। इस इदारे दे जिहड़े गभरू पहले संगती बने उन्हां विच भी अपनी मां बोली दी सेवा करन दा जज्बा ठाठा मारदा सी। बेगमकोट शाहदरा दे वसनीक मोहम्मद इदरीस चौहान 15 अप्रैल 1992 नूं एक सड़क हादसे का शिकार हो के पूरे हुए। 1947 दी वंड वेले अपने परिवार तो विछड़ जाण वाली एक सिख मां दे इस मुसलमान पुत्र ने सुलेख कंपोजर की बुनियाद बनण विच मुढला किरदार अदा किया सी। मुहम्मद तनवीर ते अब्दुल हफीज ने पंजाबी कंपोजिंग दी उस रीत नूं अगे ही नहीं टोरिया, सगों इनू सिखरां ते अपनाया। वंड मगरों लहिंदे पंजाब विच गुरमुखी लिपि विच छपियां पहलियां किताबां इन्हां दोवां दियां कंपोज कीतियां होईयां सी। वंड पुस्तक दियां सारियां भीड़ां भी कंपोजिंग विच 90% काम मुहम्मद तनवीर ने किया ते बाकी अब्दुल हफीज। ईमेल ते व्हाट्सएप ते भी कहानियां मिलनियां शुरू हो गईयां ते उन्हां नूं इकट्ठा करन दा काम होर सौखा हो गया। शाहमुखी इमला या लफ्ज जोड़ दे इन्ने मसले मौजूद ने गुरमुखी विच ओदी अदला बदली दी सौख होने के बावजूद अजे ओदे ते पूरा वसाह नहीं किया जा सकता। जदों ये कार्ड नहीं भी सी कड्ढी गई साडे कोल ये सहूलत मौजूद सी। तनवीर या हफीज नूं गुरमुखी किताब दे के आखो कि इहदी कंपोजिंग शाहमुखी विच होनी चाहिए। वो कर विखाउंदे सन, खासकर हथ लिखती खोड़ियां नूं पढ़ के लिपि बदलन दा हुनर 1992 तो बाद ही उन्हां सिख लिया सी। यही हाल शाहमुखी तो गुरमुखी विच लिपि बदलन दा है। वंड दियां वक्खो वक्ख जिल्दां छपण दे विचकार भी पूरी दुनिया तो इस विषय ते लिखियां कहानियां ते शायरी ईमेल ते व्हाट्सएप ते मिलती रही। हुण ओनू पढ़ गोख के अगे टोरन दी खेचल ही करनी पैंदी रही। तनवीर ते हफीज दे इन्हां गुणां करके मैं उन्हां दे काम दी कदर भी करना ते उन्हां दा शुक्रिया भी अदा करना। वर्के जुड़ाई अहमद बख्श इस इदारे दा पुराना संगती है। कापी पेस्टिंग चित्रां नाल सुझाण तो वख इस किताब दे सोहण नूं वधाण लई कीते ਉਹਦੇ ਕੰਮਾਂ ਕਰਕੇ मैं ਉਹਦੀ सराहना करता हाँ। वंड दियां कहानियां दी वंड, इस कहानियां दी वंड
दो वड्डे पक्षां तो कीती जा सकदी। नंबर 1 वेले वल्लों वंड, नंबर 2 विषय वल्लों वंड। वेले वल्लों वंड, वेले वल्लों वंड नूं अगों इंज दीआं कहाणियां विच वंडिया जा सकदा है। ਉਹ ਕਹਾਣੀਆਂ ਜਿਨ੍ਹਾਂ ਵਿੱਚ ਅਗਸਤ 1947 ਵਿੱਚ ਅਮਲੀ ਤੌਰ ਤੇ ਹੋਈ ਪੰਜਾਬ ਤੇ ਹਿੰਦੁਸਤਾਨ ਦੀ ਵੰਡ ਤੋਂ ਪਹਿਲਾਂ ਹੋਏ ਮੁਕਵਿਆਂ ਦਾ ਵੇਰਵਾ ਜਾਂ ਕਿਸੇ ਵੀ ਢੰਗ ਨਾਲ ਉਹਨਾਂ ਦਾ ਜ਼ਿਕਰ ਲੱਭਦਾ ਹੈ। ਚੇਤੇ ਰਵੇ ਕਿ 1944 ਵਿੱਚ ਹਿੰਦੁਸਤਾਨ ਦੇ ਬਰਤਾਨਵੀ ਹਾਕਮਾਂ ਉਹ ਕੰਮ ਕਰਨੇ ਛੋਹ ਦਿੱਤੇ ਸਨ ਜਿਹਦੇ ਤੋਂ ਵੇਲੇ ਤੇ ਨਜ਼ਰ ਰੱਖਣ ਵਾਲਿਆਂ ਨੂੰ ਸੁੱਝ ਗਿਆ ਸੀ ਕਿ ਆਪਸੀ ਪਾੜ ਵੰਡ ਵੱਲ ਵਧ ਰਹੇ ਨੇ। ਮਾਰਚ 1947 ਵਿੱਚ ਮਾਰੋ ਮਾਰੀ ਦੀ ਸ਼ੁਰੂਆਤ ਹੋਣਾ ਇਹਦਾ ਸਭ ਤੋਂ ਕੋਝਾ ਰੂਪ ਸੀ। ਬੇ ਅਸਲੋਂ ਵੰਡ ਵੇਲੇ ਅਗਸਤ 1947 ਵਿੱਚ ਹੋਏ ਲੁੱਟ ਮਾਰ ਦੇ ਖੂਨੀ ਵਕੂਏ ਜਿਹੜੇ ਸਤੰਬਰ ਵਿੱਚ ਵੀ ਜਾਰੀ ਰਹੇ, ਉਹਨਾਂ ਬਾਰੇ ਵਧੇਰੀ ਗਿਣਤੀ ਵਿੱਚ ਕਹਾਣੀਆਂ ਲਿਖੀਆਂ ਗਈਆਂ। ਵੰਡ ਕਿਤਾਬ ਦੀਆਂ ਸਾਰੀਆਂ ਜਿਲਦਾਂ ਇਹਨਾਂ ਕਹਾਣੀਆਂ ਨਾਲ ਭਰੀਆਂ ਹੋਈਆਂ ਨੇ। ਜੀ ਵੰਡ ਹੋਣ ਮਗਰੋਂ ਦੋਹਾਂ ਪਾਸੇ ਪਨਾਹਗੀਰਾਂ ਦੇ ਵਸੇਬੇ ਬਾਰੇ ਵੀ ਕਈ ਕਹਾਣੀਆਂ ਲਿਖੀਆਂ ਗਈਆਂ। ਇਹਦੇ ਵਿੱਚ ਉਹ ਕਹਾਣੀਆਂ ਵੀ ਸ਼ਾਮਲ ਨੇ ਜਿਨ੍ਹਾਂ ਵਿੱਚ ਅਗਲੇ ਕਈ ਸਾਲਾਂ ਤੀਕ ਅਸੀਂ ਪਨਾਹਗੀਰਾਂ ਨੂੰ ਦੋਹਾਂ ਪਾਸੇ ਰੋਲਦੇ ਹੋਏ ਪੜ੍ਹਦੇ ਹਾਂ ਤੇ ਉਹਨਾਂ ਨੂੰ ਚੱਜ ਦਾ ਟਿਕਾਣਾ ਨਹੀਂ ਲੱਭਦਾ। ਜਿਨ੍ਹਾਂ ਨੂੰ ਥਾਂ ਲੱਭ ਵੀ ਗਈ ਉਹ ਆਪਣੇ ਅਸਲ ਪਿੰਡਾਂ ਸ਼ਹਿਰਾਂ ਨੂੰ ਹੀ ਚੇਤੇ ਕਰਦੇ ਵਸਦੇ ਨੇ। ਕਈ ਕਹਾਣੀਆਂ ਵਿਛੜੇ ਜੀਆਂ ਨੂੰ ਲੱਭਣ ਦੀ ਦੱਸ ਪਾਉਂਦੀਆਂ ਨੇ। ਇਸ ਕਿਤਾਬ ਵਿੱਚ 2022 ਅੰਦਰ ਲਿਖੀਆਂ ਗਈਆਂ ਉਹ ਕਹਾਣੀਆਂ ਵੀ ਸ਼ਾਮਲ ਨੇ ਜਿਹੜੀਆਂ ਦੱਸਦੀਆਂ ਨੇ 75 ਵਰੇ ਲੰਘਣ ਬਾਅਦੋਂ ਵੀ ਪੰਜਾਬੀ ਵੰਡ ਦਾ ਸੰਤਾਪ ਹੰਢਾ ਰਹੇ ਨੇ। ਹੁਣ ਜਦੋਂ ਵੰਡੇ ਪੰਜਾਬ ਦੇ ਦੋਵਾਂ ਪੁੜਾਂ ਵਿੱਚ ਦਲੇ ਜਾਣ ਵਾਲੇ ਲੋਕ ਤਾਂ ਬਹੁਤ ਘੱਟ ਗਿਣਤੀ ਵਿੱਚ ਜਿਉਂਦੇ ਰਹਿ ਗਏ ਨੇ, ਉਹਨਾਂ ਦੀ ਪੀੜ ਉਹਨਾਂ ਦੀਆਂ ਔਲਾਦਾਂ ਵਿੱਚੋਂ ਮਹਿਸੂਸ ਕੀਤੀ ਜਾ ਸਕਦੀ। ਉਹ ਪੰਜਾਬੀ ਜਿਨ੍ਹਾਂ ਦੇ ਪਰਿਵਾਰਾਂ ਦਾ 1947 ਵਿੱਚ ਕੋਈ ਨੁਕਸਾਨ ਨਹੀਂ ਸੀ ਹੋਇਆ, ਉਹਨਾਂ ਵਿੱਚ ਵੀ ਇੱਕ ਦੂਜੇ ਤੋਂ ਵੱਖ ਹੋਣ ਦਾ ਅਹਿਸਾਸ ਮੌਜੂਦ ਹੋਣਾ ਹੈਰਾਨੀ ਵਾਲੀ ਗੱਲ ਹੈ। ਵੰਡ ਵੇਲੇ ਵਿਛੜਿਆਂ ਦੇ ਮੁੜ ਮੇਲ ਹੋਣ ਦੇ ਕਿੱਸੇ ਅੱਜ ਵੀ ਸਾਹਮਣੇ ਆ ਰਹੇ ਨੇ। ਵੰਡ ਦਾ ਇੱਕ ਸਿੱਟਾ ਉਦੋਂ ਸਾਹਮਣੇ ਆਉਂਦਾ ਹੈ ਜਦੋਂ ਵੰਡੇ ਪੰਜਾਬੀਆਂ ਵਿੱਚੋਂ ਕੋਈ ਜੀ ਚੜ੍ਹਦੇ ਤੋਂ ਲਹਿੰਦੇ ਪੰਜਾਬ ਜਾਂ ਲਹਿੰਦਿਓਂ ਚੜ੍ਹਦੇ ਪੰਜਾਬ ਵੱਲ ਜਾਂਦਾ ਹੈ। ਵੰਡ ਦੀ ਪੀੜ ਨੇ ਇੱਕ ਨਵਾਂ ਰੂਪ ਉਦੋਂ ਧਾਰਿਆ ਬਰਤਾਨੀਆ, ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਅਫਰੀਕਾ, ਯੂਰਪ ਤੇ ਅਰਬ ਦੇਸ਼ਾਂ ਵਿੱਚ ਜਦੋਂ ਦੋਵਾਂ ਪਾਸਿਆਂ ਦੇ ਪੰਜਾਬੀ ਆਪਸ ਵਿੱਚ ਮਿਲੇ। ਇਸ ਨਾ ਮੁੱਕਣ ਵਾਲੀ ਪੀੜ ਤੇ ਭਰੀ ਖਿੱਚ ਤੇ ਲਿਖੀਆਂ ਕਈ ਕਹਾਣੀਆਂ ਵੀ ਇਸ ਕਿਤਾਬ ਵਿੱਚ ਸ਼ਾਮਲ ਕੀਤੀਆਂ ਗਈਆਂ ਨੇ। ਵਿਸ਼ੇ ਵੱਲੋਂ ਵੰਡ ਸਾਰੀਆਂ ਕਹਾਣੀਆਂ ਹੀ 1947 ਦੀ ਪੰਜਾਬ ਵੰਡ ਜਾਂ ਹਿੰਦੁਸਤਾਨ ਇੱਕ ਨਵੇਂ ਰੂਪ ਵਿੱਚ ਅਤੇ ਪਾਕਿਸਤਾਨ ਬਣਨ ਬਾਰੇ ਲਿਖੀਆਂ ਗਈਆਂ ਨੇ। ਪਖੇਰੂ ਝਾਤੀ ਨਾਲ ਇੰਜ ਹੀ ਲੱਗਦਾ ਹੈ, ਪਰ ਹਰ ਕਹਾਣੀ ਵੰਡ ਦੇ ਥੱਲੇ ਲਿਖੇ ਵਿਸ਼ਿਆਂ ਜਾਂ ਉਹਨਾਂ ਤੋਂ ਵੀ ਵਧੇਰੀਆਂ ਵੰਨਗੀਆਂ ਨੂੰ ਸਾਹਮਣੇ ਲੈ ਕੇ ਆਉਂਦੀਆਂ ਨੇ। ਧਰਮ ਦੇ ਪਾੜਿਆਂ ਦਾ ਇੰਨਾ ਵੱਧ ਜਾਣਾ ਕਿ ਪੰਜਾਬੀ ਇੱਕ ਦੂਜੇ ਦੇ ਵੈਰੀ ਬਣ ਗਏ। ਦੋਵਾਂ ਦੇਸ਼ਾਂ ਦੀਆਂ ਹੱਦਾਂ ਕੀ ਹੋਣਗੀਆਂ, ਉਹਦੇ ਤੋਂ ਅਖੀਰੀ ਵੇਲੇ ਤੀਕਰ ਲੋਕਾਂ ਦਾ ਬੇਖਬਰ ਹੋਣਾ। ਇਹ ਨਤਾਰਾ ਜਦ ਹੁੰਦਾ ਏ ਤਾਂ ਲੋਕ ਆਪਣੇ ਹੀ ਦੇਸ਼ ਵਿੱਚ ਪਰਦੇਸੀ ਬਣ ਜਾਂਦੇ ਨੇ। ਸਰਕਾਰ ਦੀ ਅਣਹੋਂਦ ਤੇ ਸਰਕਾਰੀ ਪ੍ਰਬੰਧਾਂ ਦਾ ਢਿੱਲੇ ਪੈਣਾ, ਲੋਕਾਂ ਦਾ ਇਹ ਸਮਝ ਲੈਣਾ ਕਿ ਉਹਨਾਂ ਦੀ ਮਦਦ ਤੇ ਰਾਖੀ ਕਰਨ ਵਾਲਾ ਜਾਂ ਉਹਨਾਂ ਨੂੰ ਧਰੋ ਕਰਨ ਤੋਂ ਠੱਲਣ ਵਾਲਾ ਤੇ ਸਜ਼ਾ ਦੇਣ ਵਾਲਾ ਕੋਈ ਨਹੀਂ ਰਿਹਾ। ਸਰਕਾਰੀ ਰਾਖਿਆਂ, ਫੌਜ, ਪੁਲਿਸ ਤੇ ਪ੍ਰਬੰਧਕਾਂ ਦਾ ਆਪਣੇ ਮੂੰਹ ਮੁਹਾੜ ਕਾਰਵਾਈਆਂ ਕਰਨਾ, ਮਜ਼ਹਬ ਦੇ ਰੰਗ ਵਿੱਚ ਰੰਗੇ ਜਾਣਾ, ਨਤਾਣੇ ਹੋ ਜਾਣਾ,
ਜ਼ੁਲਮ ਹੋਣ ਤੋਂ ਰੋਕਣ ਤੋਂ ਲਾਪਰਵਾਹ ਹੋ ਜਾਣਾ ਤੇ ਆਪ ਵੀ ਜ਼ੁਲਮ ਕਰਨ ਦੇ ਸੀਰੀ ਬਣ ਜਾਣਾ। ਅਫਵਾਹਾਂ ਦਾ ਹਰ ਪਾਸੇ ਖਿਲਰ ਜਾਣਾ। ਜ਼ੁਲਮ ਜ਼ਬਰ ਦੀ ਹਰ ਹੱਦ ਟੱਪੀ ਗਈ, ਪਰ ਉਹਨਾਂ ਨੂੰ ਵਧਾ ਚੜਾ ਕੇ ਜਿਵੇਂ ਦੱਸਿਆ ਜਾਂਦਾ ਰਿਹਾ, ਉਹ ਹੋਰ ਤਬਾਹੀ ਮਚਾਉਣ ਦੀ ਨੀਂਹ ਰੱਖਦਾ ਗਿਆ। ਲੁੱਟ ਮਾਰ ਕਰਨ ਲਈ ਆਦੀ ਮੁਜਰਮਾਂ ਦਾ ਬੇਲਗਾਮ ਹੋ ਜਾਣਾ ਤੇ ਬਹੁਤ ਸਾਰੇ ਆਮ ਲੋਕਾਂ ਦਾ ਵੀ ਜੁਰਮ ਕਰਨ ਵੱਲੋਂ ਝਾਕਾ ਲੈ ਜਾਣਾ। ਲੁੱਟਣ ਮਾਰਨ ਤੋਂ ਵੀ ਵੱਡਾ ਕੋੜਾ ਕਸਬ ਉਹਨਾਂ ਲੋਕਾਂ ਕੀਤਾ ਜਿਨ੍ਹਾਂ ਉਜੜਨ ਵਾਲਿਆਂ ਦੀਆਂ ਜ਼ਨਾਨੀਆਂ ਤੇ ਕੁੜੀਆਂ ਦੀ ਪੱਤ ਰੋਲੀ। ਪੂਰੀ ਹਯਾਤੀ ਲਈ ਉਹਨਾਂ ਤ੍ਰਿਮਤਾਂ ਨੂੰ ਆਪਣਾ ਜਿਨਸੀ ਗੁਲਾਮ ਬਣਾ ਲਿਆ। ਨਿਰੋਵਿਸ਼ੇ ਬਾਲਾਂ ਬਾਲੜੀਆਂ ਨੂੰ ਕਤਲ ਕਰਨਾ ਕਦੇ ਨਾ ਭੁੱਲਣ ਵਾਲਾ ਸਭ ਤੋਂ ਘਟੀਆ ਜੁਰਮ ਸਾਬਤ ਹੋਇਆ। ਅਣਗਿਣਵੇਂ ਲੋਕਾਂ ਨੂੰ ਆਪਣੇ ਧਰਮ ਬਦਲਣ ਤੇ ਮਜਬੂਰ ਕੀਤਾ ਗਿਆ। ਜਾਨ ਜਾਇਦਾਦ ਬਚਾਉਣ ਲਈ ਜਿਨ੍ਹਾਂ ਮਜ਼ਹਬ ਬਦਲੀ ਕੀਤਾ, ਉਹਨਾਂ ਨੂੰ ਵੀ ਸਮਾਜ ਦਾ ਸਭ ਤੋਂ ਨੀਵਾਂ ਦਰਜਾ ਦਿੱਤਾ ਗਿਆ। ਇੱਕ ਥਾਂ ਤੋਂ ਉੱਜੜ ਕੇ ਦੂਜੀ ਥਾਂ ਜਾਣ ਵਾਲਿਆਂ ਦੀ ਵੱਡੀ ਗਿਣਤੀ ਨੂੰ ਮੁੜ ਚੰਗਾ ਵਸੇਬਾ, ਘਰ ਜ਼ਮੀਨਾਂ ਤੇ ਵਪਾਰ ਥਾਵਾਂ ਨਾ ਮਿਲੀਆਂ। ਉਜੜਨ ਵਾਲਿਆਂ ਨੂੰ ਦੋਵਾਂ ਪਾਸੇ ਸਾਰੀ ਹਯਾਤੀ ਪਨਾਹਗੀਰ, ਸ਼ਰਨਾਰਥੀ ਤੇ ਮੁਹਾਜਰ ਕਹਿ ਕੇ ਕੱਖੋਂ ਹੌਲੇ ਕੀਤਾ ਜਾਣਾ। ਉੱਥੇ ਪਹਿਲਾਂ ਰਹਿਣ ਵਾਲੇ ਲੋਕਾਂ ਦਾ ਉਹਨਾਂ ਦੇ ਲਹਿਜੇ, ਰਸਮਾਂ, ਰੀਤਾਂ, ਵਸਤਰਾਂ ਦਾ ਮੌਜੂ ਬਣਾਉਣਾ। ਪੰਜਾਬ ਤੋਂ ਬਾਹਰ ਜਾ ਕੇ ਵਸਣ ਵਾਲਿਆਂ ਤੇ ਜ਼ੁਲਮ ਇਸ ਤੋਂ ਵੀ ਕਈ ਗੁਣਾ ਵੱਧ ਹੋਏ। ਦੂਜੇ ਸੂਬਿਆਂ ਵਿੱਚ ਗਿਆ ਦਾ ਪੰਜਾਬੀ ਹੋਣਾ ਹੀ ਉਹਨਾਂ ਦਾ ਸਭ ਤੋਂ ਵੱਡਾ ਦੋਸ਼ ਬਣਾ ਦਿੱਤਾ ਗਿਆ। ਗਰੀਬੀ ਤੇ ਅੰਤਾਂ ਦੀ ਬੇਕਦਰੀ ਨੇ ਬਹੁਤ ਸਾਰੇ ਲੋਕਾਂ ਨੂੰ ਜ਼ਿਹਨੀ ਰੋਗੀ ਬਣਾ ਦਿੱਤਾ। ਕਹਾਣੀਕਾਰਾਂ ਵੱਲੋਂ ਕਿਸੇ ਧਿਰ ਦਾ ਧੜਾ ਕਰਨਾ। ਇਸ ਕਿਤਾਬ ਵਿੱਚ ਉਹਨਾਂ ਕਹਾਣੀਕਾਰਾਂ ਦੀਆਂ ਕਹਾਣੀਆਂ ਵੀ ਰਲਾਈਆਂ ਗਈਆਂ ਨੇ ਜਿਨ੍ਹਾਂ ਆਪਣੇ ਜਾਂ ਆਪਣੇ ਨੇੜਲੇ ਜੀਆਂ ਦੀਆਂ ਕਹਾਣੀਆਂ ਲਿਖੀਆਂ, ਹੋਰਨਾਂ ਲੋਕਾਂ ਕੋਲੋਂ ਸੁਣ ਕੇ ਵੀ ਕਹਾਣੀਆਂ ਲਿਖੀਆਂ ਗਈਆਂ, ਜਾਂ ਨਿਰੀ ਸੋਚ ਉਡਾਰੀ ਨਾਲ ਵੀ ਵੰਡ ਬਾਬਤ ਕਹਾਣੀਆਂ ਦੀ ਰਚਨਾ ਕੀਤੀ ਗਈ। ਕਈ ਲਿਖਣ ਵਾਲੇ ਵੰਡ ਦੀ ਕੋਈ ਵਾਪਰਤਾ ਨੂੰ ਦੱਸਣ ਲਈ ਕਹਾਣੀਕਾਰ ਬਣ ਗਏ। ਚੰਗੀ ਕਹਾਣੀ ਦੀ ਰਚਨਾ ਪਿੱਛੇ ਅਕੀਰੀ ਕਲਾ ਵਾਲੇ ਕਹਾਣੀਕਾਰ ਦਾ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ। ਫਿਰ ਉਹ ਆਪਣੀ ਕਥਾ ਲਿਖੇ, ਕਿਸੇ ਕੋਲੋਂ ਸੁਣੀ ਸੁਣਾਈ ਗੱਲ ਨੂੰ ਕਹਾਣੀ ਦਾ ਰੂਪ ਦੇਵੇ ਜਾਂ ਸੋਚ ਉਡਾਰੀ ਕੋਲੋਂ ਕੰਮ ਲਵੇ। ਉਹਨੂੰ ਹਰ ਪੱਖੋਂ ਖੁੱਲ੍ਹ ਹੁੰਦੀ। ਕਿਸੇ ਧਾਰਮਿਕ ਧਿਰ ਦਾ ਧੜਾ ਕਰਨ ਵੱਲੋਂ 3 ਤਰ੍ਹਾਂ ਦੀਆਂ ਕਹਾਣੀਆਂ ਦੀ ਵੰਡ ਕੀਤੀ ਜਾ ਸਕਦੀ ਹੈ। ਨੰਬਰ 1, ਉਹ ਕਹਾਣੀਆਂ ਜਿਨ੍ਹਾਂ ਵਿੱਚ ਕਹਾਣੀਕਾਰ ਨੇ ਨਿਰਾ ਆਪਣੇ ਮਜ਼ਹਬ ਦੇ ਮੰਨਣ ਵਾਲਿਆਂ ਦਾ ਪੱਖ ਦੱਸਿਆ ਤੇ ਉਹ ਦੂਜੇ ਧਰਮਾਂ ਦੇ ਧਾਰਨੀਆਂ ਨੂੰ ਸਿਰਫ ਜ਼ਾਲਮ ਦੇ ਰੂਪ ਵਿੱਚ ਹੀ ਵਿਖਾਇਆ। ਨੰਬਰ 2, ਅਜਿਹੀਆਂ ਕਹਾਣੀਆਂ ਵੀ ਚੰਗੀ ਗਿਣਤੀ ਵਿੱਚ ਲਿਖੀਆਂ ਗਈਆਂ ਜਿਨ੍ਹਾਂ ਵਿੱਚ ਧਰਮਾਂ ਦਾ ਤੋਲ ਸਾਵਾਂ ਰੱਖਿਆ ਗਿਆ। ਜ਼ਾਲਮ ਤੇ ਮਜ਼ਲੂਮ ਦੀ ਵੰਡ ਨੂੰ ਮਜ਼ਹਬ ਨਾਲ ਨਹੀਂ ਜੋੜਿਆ ਗਿਆ। ਨੰਬਰ 3, ਕੁਝ ਕਹਾਣੀਕਾਰਾਂ ਆਪਣੇ ਮਜ਼ਹਬ ਦੇ ਮੰਨਣ ਵਾਲਿਆਂ ਦਾ ਧੜਾ ਕਰਨ ਜਾਂ ਸਾਰਿਆਂ ਨੂੰ ਬਰਾਬਰ ਥਾਂ ਦੇਣ ਦੀ ਥਾਂ ਮੁਖਾਲਫ ਮਜ਼ਹਬ ਦੇ ਮਜ਼ਲੂਮਾਂ ਨਾਲ ਵਾਪਰੀਆਂ ਨੂੰ ਆਪਣੀ ਕਹਾਣੀ ਦਾ ਵਿਸ਼ਾ ਬਣਾਇਆ। ਇਸ ਤੀਜੀ ਸੋਚ ਦੇ ਕਹਾਣੀਕਾਰਾਂ ਮਨੁੱਖਤਾ ਦੀ ਜਿਵੇਂ ਸੰਗਤ ਨਿਭਾਈ, ਉਹਨਾਂ ਦੀਆਂ ਰਚਨਾਵਾਂ ਬਾਕੀ ਸਾਰੀਆਂ ਤੋਂ ਬਾਜ਼ੀ ਲੈ ਗਈਆਂ। ਇਹਦੇ ਨਾਲ ਹੀ ਉਹਨਾਂ ਦੀ ਅਕੀਰੀ ਕਲਾ ਨੇ ਵੀ ਉਹਨਾਂ ਦੀ ਲਿਖੀ ਕਹਾਣੀ ਨੂੰ ਉਚੇਰੀ ਰਚਨਾ ਬਣਾਉਣ ਵਿੱਚ ਮੁੱਢਲਾ ਕਿਰਦਾਰ ਅਦਾ ਕੀਤਾ। ਕਹਾਣੀਕਾਰਾਂ ਬਾਬਤ ਜਾਣਕਾਰੀ ਤੇ ਉਹਨਾਂ ਦੇ ਚਿੱਤਰ ਵੰਡੇ ਗਏ ਪੰਜਾਬ ਦੇ ਹਿੱਸਿਆਂ ਵਿੱਚ ਤੇ ਬਾਹਰ ਕਿਤੇ ਰਹਿਣ ਵਾਲੇ ਪੰਜਾਬੀ ਕਹਾਣੀਕਾਰਾਂ ਨੂੰ ਇਹ ਕਿਤਾਬ ਇੱਕ ਤਾਂ ਇਕੱਠਾ ਕਰਦੀ ਹੈ। ਜਿਨ੍ਹਾਂ ਲਿਖਿਆਰਾਂ ਇਹ ਕਹਾਣੀਆਂ ਲਿਖੀਆਂ, ਉਹਨਾਂ ਦੀ ਨਿੱਜੀ ਹਯਾਤੀ ਤੇ ਅਦਬੀ ਹਯਾਤੀ ਦਾ ਵੇਰਵਾ ਵੀ ਕਿਤਾਬ ਵਿੱਚ ਦਿੱਤਾ ਗਿਆ ਹੈ। ਉਹਨਾਂ ਦੇ ਕਾਲੀ ਚਿੱਤਰ,
ਪੈਨਸਲ ਸਕੈਚ ਵੀ ਛਾਪੇ ਗਏ ਨੇ। ਇਹ ਜਾਣਕਾਰੀ ਤੇ ਚਿੱਤਰ ਹਾਸਲ ਕਰਨ ਤੇ ਬਣਵਾਉਣ ਵਿੱਚ ਵੀ ਢੇਰ ਵੇਲਾ ਲੱਗਿਆ। ਪਿੱਛੇ ਸੋਚ ਇਹ ਸੀ ਕਿ ਕਿਸੇ ਵੀ ਰਚਨਾ ਦਾ ਮਜ਼ਾ ਮਾਣਨ ਵਾਲਾ ਪੜ੍ਹਨਹਾਰ ਉਹਦੇ ਰਚਿਤਾ ਬਾਰੇ ਜਾਣਕਾਰੀ ਵੀ ਲੈ ਸਕੇ ਤੇ ਉਹਦਾ ਮੁੱਖ ਵੀ ਵੇਖ ਸਕੇ। ਖੋਜ ਪਰਖ ਕਰਨ ਵਾਲਿਆਂ ਨੂੰ ਵੀ ਸੌਖ ਰਵੇ। ਨਾਲ ਹੀ ਉਹ ਕਹਾਣੀ ਨਾਲ ਜੁੜਦੇ ਸਕੈਚ ਵੀ ਦਿੱਤੇ ਗਏ। ਕੀ ਇਹੀ ਵੰਡ ਬਾਬਤ ਲਿਖੀਆਂ ਕੁੱਲ ਕਹਾਣੀਆਂ ਨੇ? ਨਹੀਂ, ਵੰਡ ਦੀਆਂ ਬਹੁਤ ਸਾਰੀਆਂ ਕਹਾਣੀਆਂ ਇਹਨਾਂ ਬੀੜਾਂ ਵਿੱਚ ਨਹੀਂ ਰਲ ਸਕੀਆਂ। ਪੁਰਾਣੀਆਂ ਕਹਾਣੀਆਂ ਵੀ ਤੇ ਨਵੀਆਂ ਵੀ, ਉਂਝ ਵੀ ਉਜੜਨ ਵਾਲੇ ਪੰਜਾਬੀ ਲੱਖਾਂ ਦੀ ਗਿਣਤੀ ਵਿੱਚ ਸਨ ਤੇ ਹਰ ਇੱਕ ਦੀ ਆਪਣੀ ਆਪਣੀ ਕਹਾਣੀ ਸੀ। ਕਹਾਣੀਕਾਰ ਅੱਜ ਵੀ ਇਸ ਵਿਸ਼ੇ ਤੇ ਲਿਖ ਰਹੇ ਨੇ ਤੇ ਅੱਗੋਂ ਵੀ ਨਿਤ ਨਵੀਆਂ ਕਹਾਣੀਆਂ ਲਿਖਦੇ ਰਹਿਣਗੇ। ਇਹ ਕਹਾਣੀਆਂ ਪੜ੍ਹ ਕੇ ਇੱਕ ਹੀ ਅਸੀਸ ਮਨੋਂ ਨਿਕਲਦੀ ਹੈ ਕਿ ਪੰਜਾਬੀਆਂ ਨੂੰ ਮੁੜ ਕਦੇ ਵੰਡ ਦਾ ਦੁੱਖ ਨਾ ਵੇਖਣਾ ਜਰਨਾ ਪਵੇ। ਦੁਨੀਆ ਦੇ ਸਭ ਤੋਂ ਵੱਡੇ ਕਹਾਣੀ ਪਰਾਕੇ ਦੇ ਸੋਧਕਾਰ ਇਲਿਆਸ ਘੁੰਮਣ